ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਸੈਕੰਡ ਯੂਨਿਟ ਦਾ ਚੈਪਟਰ ਸੈਕੰਡ ਇਲੈਕਟ੍ਰੀਕਲ ਮੈਜਰਮੈਂਟਸ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਸਭ ਤੋਂ ਪਹਿਲਾਂ ਫਸਟ ਟੌਪਿਕ ਹੈ ਕਿਰਚੌਫਸ ਲਾਜ਼। ਤਾਂ ਪਹਿਲਾਂ ਆਪਾਂ ਓਮਸ ਲਾਅ ਪੜ੍ਹ ਕੇ ਆਂਦਾ ਸੀਗਾ, ਬਟ ਜਦੋਂ ਆਪਣੇ ਕੋਲ ਸਿੰਪਲ ਇਲੈਕਟ੍ਰਿਕ ਸਰਕਟ ਦਿੱਤਾ ਹੋਊਗਾ ਤਾਂ ਉਹਨਾਂ ਦੇ ਵਿੱਚ ਹੀ ਆਪਾਂ ਓਮਸ ਲਾਅ ਨੂੰ ਯੂਜ਼ ਕਰ ਸਕਦੇ ਸੀ। ਬਟ ਜੇ ਕਿਸੇ ਵੀ ਸਰਕਟ ਦੇ ਵਿੱਚ ਆਪਣੇ ਕੋਲ EMF ਦੇ ਸੋਰਸ ਕਾਫੀ ਜ਼ਿਆਦਾ ਲੱਗੇ ਹੋਏ ਨੇ ਤਾਂ ਉੱਥੇ ਓਮਸ ਲਾਅ ਨੂੰ ਯੂਜ਼ ਕਰਨਾ ਔਖਾ ਸੀਗਾ। ਤਾਂ ਇਸੇ ਕਰਕੇ ਆਪਾਂ ਉਹਨਾਂ ਦੇ ਵਿੱਚ ਕਿਰਚੌਫਸ ਲਾਜ਼ ਨੂੰ ਯੂਜ਼ ਕਰਦੇ ਹਾਂ। ਤਾਂ ਇਹਦੇ ਆਪਣੇ ਕੋਲ ਦੋ ਲਾਅ ਨੇ। ਫਸਟ ਕਿਰਚੌਫਸ ਲਾਅ ਆਪਣੇ ਕੋਲ ਆ ਕਿ ਜਿਹਦੇ ਵੀ ਆਪਣੇ ਕੋਲ ਕੋਈ ਇਲੈਕਟ੍ਰਿਕ ਸਰਕਟ ਦਿੱਤਾ ਹੋਗਾ ਤਾਂ ਉਹਦੇ ਵਿੱਚ ਜਿੰਨੇ ਵੀ ਕਰੰਟ ਪਾਸ ਹੋ ਰਹੇ ਨੇ ਅਲੱਗ-ਅਲੱਗ ਅਮਾਊਂਟ ਦੇ ਵਿੱਚ ਕਰੰਟ ਨੇ ਪਾਸ ਕਰਨਾ ਸ਼ੁਰੂ ਕੀਤਾ। ਤਾਂ ਹੁਣ ਇਸ ਲਾਅ ਦੇ ਅਕੋਰਡਿੰਗ ਆਪਣੇ ਕੋਲ ਕੀ ਆ ਕਿ ਅਲਜਬਰਾਇਕ ਸਮ ਆਪਾਂ ਫਾਈਂਡ ਆਊਟ ਕਰਦੇ ਹਾਂ ਕਿ ਜੇ ਕਿਸੇ ਵੀ ਪੁਆਇੰਟ ਦੇ ਉੱਪਰ ਜਾ ਕੇ ਕਰੰਟ ਇਕੱਠਾ ਹੋ ਰਿਹਾ ਤਾਂ ਉਹਨਾਂ ਦਾ ਅਲਜਬਰਾਇਕ ਸਮ ਹਮੇਸ਼ਾ ਹੀ ਕਿੰਨਾ ਹੋਊਗਾ, 0 ਦੇ ਇਕੁਅਲ। ਤਾਂ ਇਸ ਰੂਲ ਨੂੰ ਆਪਾਂ ਕੀ ਨਾਮ ਦਿੰਦੇ ਆ, ਜੰਕਸ਼ਨ ਰੂਲ। ਹੁਣ ਇਸ ਡਾਇਗਰਾਮ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਿੰਨੀਆਂ ਵੀ ਕਰੰਟ ਦੀਆਂ ਵੈਲਿਊਜ਼ ਨੇ ਉਹ ਸਾਰੀਆਂ ਜਾ ਕੇ ਕਿੱਥੇ ਇਕੱਠੀਆਂ ਹੋ ਰਹੀਆਂ ਨੇ, O ਪੁਆਇੰਟ ਦੇ ਉੱਪਰ। ਤਾਂ I1 ਕਰੰਟ ਆਪਣੇ ਕੋਲ ਕੀ ਆ, ਇਨਵਰਡ ਜਾ ਰਿਹਾ ਅੰਦਰ ਵੱਲ ਨੂੰ, I2 ਆਊਟਵਰਡ, I3 ਵੀ ਕਿਵੇਂ ਐਕਟ ਕਰ ਰਿਹਾ, ਆਊਟਵਰਡ ਡਾਇਰੈਕਸ਼ਨ ਦੇ ਵਿੱਚ, I4 ਵੀ ਹੈਗਾ ਇਨਵਰਡ, ਅਤੇ I5 ਕਰੰਟ ਕਿਵੇਂ ਜਾ ਰਿਹਾ, ਆਊਟਵਰਡ ਡਾਇਰੈਕਸ਼ਨ ਦੇ ਵਿੱਚ। ਬਟ ਆ ਸਾਰੇ ਕਰੰਟ ਦੀਆਂ ਵੈਲਿਊਜ਼ ਵੀ ਜਿੰਨੀਆਂ ਨੇ ਉਹ ਸਾਰੀਆਂ ਜਾ ਕੇ ਇੱਕੋ ਪੁਆਇੰਟ ਦੇ ਉੱਪਰ ਐਕਟ ਕਰਦੀਆਂ ਨੇ। ਤਾਂ ਉਹ ਪੁਆਇੰਟ ਆਪਣੇ ਕੋਲ ਕਿਹੜਾ ਹੈ, O ਪੁਆਇੰਟ। ਤਾਂ ਜਦੋਂ ਆਪਾਂ ਸਾਰੇ ਕਰੰਟ ਦੀਆਂ ਵੈਲਿਊਜ਼ ਨੂੰ ਐਡ ਕਰਦੇ ਹਾਂ ਤਾਂ ਆਪਣੇ ਕੋਲ ਨੈਟ ਰਿਜ਼ਲਟ ਕਿੰਨਾ ਆ ਜਾਊਗਾ, 0। ਤਾਂ ਹੁਣ ਨੈਕਸਟ ਆਪਣੇ ਕੋਲ ਹੈਗਾ ਇਹਦੇ ਵਿੱਚ ਕਿ ਜਿਹੜਾ ਵੀ ਕਰੰਟ ਕਿਸੇ ਕੰਡਕਟਰ ਦੇ ਅੰਦਰ ਫਲੋ ਕਰ ਰਿਹਾ ਤਾਂ ਜਾਂ ਉਹ ਜੰਕਸ਼ਨ ਦੇ ਅੰਦਰ ਵੱਲ ਨੂੰ ਐਕਟ ਕਰੂਗਾ ਤਾਂ ਉਹਦੀ ਵੈਲਿਊ ਆਪਾਂ ਲੈਣੀ ਆ ਪੋਜ਼ਿਟਿਵ। ਜਦੋਂ ਉਹਨੇ ਜੰਕਸ਼ਨ ਤੋਂ ਦੂਰ ਵੱਲ ਨੂੰ ਐਕਟ ਕਰਨਾ ਸ਼ੁਰੂ ਕਰੂਗਾ ਤਾਂ ਉਹਦੀ ਵੈਲਿਊ ਆਪਣੇ ਕੋਲ ਆਊਗੀ ਨੈਗੇਟਿਵ। ਤਾਂ ਇਸੇ ਕਰਕੇ ਦੇਖੋ ਆਪਣੇ ਕੋਲ I1 ਕਰੰਟ ਤਾਂ ਉਹ ਵਿੱਚ ਆਪਣੇ ਕੋਲ ਕਿਵੇਂ ਆ ਰਿਹਾ ਹੈ, ਟੂਵਾਰਡਸ ਦੀ ਜੰਕਸ਼ਨ ਜਿਹੜਾ ਜਾ ਰਿਹਾ ਹੈ। ਤਾਂ I1 I4 ਆਪਣੇ ਕੋਲ ਕੀ ਆ, ਫਲੋਇੰਗ ਟੂਵਰਡਸ ਦੀ ਪੁਆਇੰਟ। ਇੱਥੇ ਆਪਣੇ ਕੋਲ ਕਿੰਨੀਆਂ ਵੈਲਿਊਜ਼ ਆ ਰਹੀਆਂ ਨੇ, ਜਿਹੜੇ ਅੰਦਰ ਵੱਲ ਨੂੰ ਐਕਟ ਕਰਦੇ ਆ ਤਾਂ ਉਹਦੀਆਂ ਵੈਲਿਊਜ਼ ਕਿੰਨੀਆਂ ਨੇ, ਪੋਜ਼ਿਟਿਵ ਇਨਵਰਡ ਦੇ ਲਈ। ਜਿਹੜੇ ਆਊਟਵਰਡ ਡਾਇਰੈਕਸ਼ਨ 'ਚ I2 I3 I5 ਇਹ ਸਾਰੇ ਕਿਸੇ ਆਊਟਵਰਡ ਨੇ, ਬਾਹਰ ਵੱਲ ਨੂੰ ਐਕਟ ਕਰਦੇ ਨੇ, ਉਹਦੇ ਤੋਂ ਦੂਰ ਵੱਲ ਨੂੰ ਐਕਟ ਕਰਦੇ ਆ। ਤਾਂ ਇਹਨਾਂ ਦੀਆਂ ਵੈਲਿਊਜ਼ ਆਪਣੇ ਕੋਲ ਕਿੰਨੀਆਂ ਆਉਣਗੀਆਂ, ਨੈਗੇਟਿਵ। ਤਾਂ ਆਪਾਂ ਕੀ ਫਾਈਂਡ ਕਰਨਾ ਸੀਗਾ, ਇਹਨਾਂ ਦਾ ਨੈਟ ਰਿਜ਼ਲਟ ਫਾਈਂਡ ਕਰਨਾ। ਤਾਂ ਉਹਦੀ ਵੈਲਿਊ ਕਿੰਨੀ ਹੋ ਜਾਊਗੀ, I1 ਕਿਉਂਕਿ ਇਨਵਰਡ ਆ ਆਪਾਂ ਸਮ ਕਰਨਾ ਪਲੱਸ, ਬਟ I2 ਆਪਣੇ ਕੋਲ ਕੀ ਆ, ਆਊਟਵਰਡ ਡਾਇਰੈਕਸ਼ਨ 'ਚ। ਤਾਂ ਇਸੇ ਕਰਕੇ ਆਪਾਂ ਉਹਦੇ ਨਾਲ ਕਿਹੜਾ ਸਾਈਨ ਇੰਟਰੋਡਿਊਸ ਕਰਵਾਵਾਂਗੇ, ਮਾਈਨਸ ਦਾ। I1 ਮਾਈਨਸ I2 ਮਾਈਨਸ I3 ਪਲੱਸ I4 ਕਿਉਂਕਿ I4 ਇਨਵਰਡ 'ਚ ਆ, ਮਾਈਨਸ I5 ਕਿਉਂਕਿ I5 ਕਿਸੇ ਤੋਂ ਦੂਰ ਵੱਲ ਐਕਟ ਕਰਦਾ, ਅਵੇ ਪਾ ਅਤੇ ਆਊਟਵਰਡ। ਤਾਂ ਇਹਨਾਂ ਦੀ ਸਾਰਿਆਂ ਦੀ ਵੈਲਿਊ ਕਿਹਦੇ ਇਕੁਅਲ ਆ ਜਾਊਗੀ, 0 ਦੇ। ਨੈਕਸਟ ਆਪਣੇ ਕੋਲ ਹੈਗਾ ਕਿਰਚੌਫਸ ਸੈਕੰਡ ਲਾਅ। ਤਾਂ ਸੈਕੰਡ ਲਾਅ ਦੇ ਅਕੋਰਡਿੰਗ ਕੀ ਆ ਕਿ ਜੇ ਆਪਣੇ ਕੋਲ ਇਲੈਕਟ੍ਰੀਕਲ ਸਰਕਟ ਦਾ ਕੋਈ ਵੀ ਕਲੋਜ਼ਡ ਪਾਰਟ ਦਿੱਤਾ ਹੋਇਆ ਤਾਂ ਉਹਦੇ ਅੰਦਰ ਜਿੰਨੇ ਆਪਣੇ ਕੋਲ EMF ਦੀਆਂ ਵੈਲਿਊਜ਼ ਆ ਰਹੀਆਂ ਨੇ ਤਾਂ ਆਪਾਂ ਸਾਰੇ EMF ਨੂੰ ਜਦੋਂ ਪਲੱਸ ਕਰਦੇ ਹਾਂ, ਟੋਟਲ ਵੈਲਿਊ ਫਾਈਂਡ ਕਰਦੇ ਹਾਂ, ਤਾਂ ਉਹਨਾਂ ਦਾ ਅਲਜਬਰਾਇਕ ਸਮ ਕਿਹਦੇ ਇਕੁਅਲ ਆਊਗਾ, ਪ੍ਰੋਡਕਟ ਆਫ ਦੀ ਰੈਜ਼ਿਸਟੈਂਸ। ਜਿੰਨਾ ਆਪਾਂ ਉੱਥੇ ਰੈਜ਼ਿਸਟੈਂਸ ਲਗਾਇਆ ਹੋਇਆ ਤਾਂ ਕਿੰਨਾ ਕਰੰਟ ਉਹਦੇ ਅੰਦਰ ਫਲੋ ਕਰਦਾ ਸੀਗਾ, ਤਾਂ ਕਿੰਨਾ ਦੇ ਪ੍ਰੋਡਕਟ ਹੋ ਜਾਊਗਾ, ਰੈਜ਼ਿਸਟੈਂਸ ਤੇ ਕਰੰਟ ਦਾ। ਇਸ ਰੂਲ ਨੂੰ ਕੀ ਨਾਮ ਦਿੰਦੇ ਆਪਾਂ, ਲੂਪ ਰੂਲ। ਫਸਟ ਰੂਲ ਕੀ ਸੀਗਾ ਆਪਣੇ ਕੋਲ, ਜੰਕਸ਼ਨ ਰੂਲ। ਸੈਕੰਡ ਰੂਲ ਕੀ ਹੈ ਆਪਣੇ ਕੋਲ, ਲੂਪ ਰੂਲ। ਤਾਂ ਹੁਣ ਇਸ ਲਾਅ ਦੇ ਅਕੋਰਡਿੰਗ ਆਪਣੇ ਕੋਲ ਕੀ ਹੈ, ਇਹ ਕਿਹਦੇ ਉੱਪਰ ਬੇਸ ਆ, ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ। ਹੁਣ ਨੈਕਸਟ ਇਹਦੇ ਵਿੱਚ ਦੇਖੋ ਐਕਸਪਲੇਨੇਸ਼ਨ ਦੇ ਵਿੱਚ ਆਪਣੇ ਕੋਲ ਕੀ ਆ ਕਿ ਕੋਈ ਵੀ ਇੱਕ ਆਪਾਂ ਨੂੰ ਇਲੈਕਟ੍ਰੀਕਲ ਸਰਕਟ ਦਿੱਤਾ ਹੋਇਆ ਹੈ, ABCD ਕਲੋਜ਼ ਸਰਕਟ ਆ। ਇਹਦੇ ਅੰਦਰ ਦੋ ਸੈੱਲ ਨੇ, E1 ਤੇ E2। ਆਪਣੇ ਕੋਲ ਰੈਜ਼ਿਸਟੈਂਸ ਦੀਆਂ ਵੈਲਿਊਜ਼ ਇਹਦੇ ਅੰਦਰ ਕਿੰਨੀਆਂ ਨੇ, 5 R1 R2 R3 R4 ਐਂਡ R5। ਤਾਂ ਹੁਣ ਇਸ ਰੂਲ ਦੇ ਲਈ ਸਾਈਨ ਕਨਵੈਨਸ਼ਨਸ ਨੇ ਕਿ ਜੇ ਕਰੰਟ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਫਲੋ ਕਰੂਗਾ ਤਾਂ ਆਪਣੇ ਕੋਲੇ ਕਰੰਟ ਨੂੰ ਆਪਾਂ ਕਿਹਦੇ ਵਿੱਚ ਲੈਣਾ, ਹਮੇਸ਼ਾ ਹੀ ਪੋਜ਼ਿਟਿਵ ਦੇ ਵਿੱਚ। ਜਿਵੇਂ ਆਪਾਂ ਫਸਟ ਰੂਲ 'ਚ ਕਿਹਾ ਸੀਗਾ ਕਿ ਜੇ ਕਰੰਟ ਆਪਣੇ ਕੋਲੇ ਇਨਵਰਡ ਡਾਇਰੈਕਸ਼ਨ ਦੇ ਵਿੱਚ ਹੋਊਗਾ ਤਾਂ ਕਿੰਨਾ ਹੋਊਗਾ, ਪੋਜ਼ਿਟਿਵ। ਜੇ ਆਊਟਵਰਡ ਦੇ ਵਿੱਚ ਐਕਟ ਕਰ ਰਿਹਾ ਤਾਂ ਨੈਗੇਟਿਵ। ਉਵੇਂ ਇੱਥੇ ਕੀ ਆ ਕਿ ਜੇ ਕਰੰਟ ਐਂਟੀ ਕਲੋਕਵਾਈਜ਼ ਆ ਤਾਂ ਵੈਲਿਊ ਕਿੰਨੀ ਆਊਗੀ, ਪੋਜ਼ਿਟਿਵ। ਅਤੇ ਸੈੱਲ ਦਾ EMF ਵੀ ਆਪਾਂ ਪੋਜ਼ਿਟਿਵ ਲਵਾਂਗੇ ਜੇ ਉਹਨੇ ਸਰਕਟ ਦੇ ਅੰਦਰ ਕਰੰਟ ਨੂੰ ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਸੈਂਡ ਕਰ ਰਿਹਾ। ਅਤੇ ਨੈਗੇਟਿਵ ਕਦੋਂ ਹੋਊਗਾ ਸੈੱਲ ਦਾ EMF, ਜਦੋਂ ਉਹਨੇ ਕਰੰਟ ਨੂੰ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਪਾਸ ਕਰਨਾ। ਤਾਂ ਹੁਣ ਆਪਾਂ ਕੀ ਆ, ਕਲੋਜ਼ਡ ਪਾਰਟ ਇਹਦੇ ਵਿੱਚ ਸਪੋਜ਼ ਕਰਦੇ ਹਾਂ ਪਹਿਲਾਂ ABCA। ਤਾਂ ਹੁਣ ਇਹਦੇ ਲਈ ਆਪਣੇ ਕੋਲ ਕੀ ਆ ਕਿ ਸੈੱਲ ਜਿਹੜਾ ਆਪਣੇ ਕੋਲ ਹੈਗਾ ਜਿਹਦਾ EMF E1 ਆ ਤਾਂ ਉਹਨੇ ਕਰੰਟ ਨੂੰ ਕਿਵੇਂ ਪਾਸ ਕੀਤਾ ਹੈ, ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ। ਐਂਟੀ ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ ਕਰੰਟ ਪਾਸ ਹੋ ਰਿਹਾ ਹੈ।
ਜਿਹੜਾ ਆਪਾਂ ਫਸਟ ਪਾਥ ਲਿਆ ਸੀ ABCA। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲੇ ਕੀ ਹੋ ਜਾਊਗਾ ਕਿ EMF ਜਿਹੜਾ ਸੈੱਲ ਦਾ E2 ਦਾ ਉਹ ਕਿਸੇ ਕਲੌਕਵਾਈਜ਼ ਡਾਇਰੈਕਸ਼ਨ ਸੈਂਡ ਕਰ ਰਿਹਾ। ਤਾਂ ਇਸੇ ਕਰਕੇ E1 ਦੀ ਵੈਲਿਊ ਕਿੰਨੀ ਆਪਣੇ ਕੋਲੇ ਪੋਜ਼ਿਟਿਵ, ਕਿਉਂਕਿ ਆਪਾਂ ਕੰਡੀਸ਼ਨ ਕੀ ਗਈ ਸੀਗੀ ਕਿ EMF ਆਪਾਂ ਸੈੱਲ ਦਾ ਪੋਜ਼ਿਟਿਵ ਲੈਣਾ ਜਦੋਂ ਉਹਨੇ ਕਰੰਟ ਨੂੰ ਐਂਟੀ ਕਲੌਕਵਾਈਜ਼ ਸੈਂਡ ਕਰਨਾ। ਤੇ ਹੁਣ E1 ਐਂਟੀ ਕਲੌਕਵਾਈਜ਼ ਸੈਂਡ ਕਰ ਰਿਹਾ ਸੀ ਤਾਂ ਉਹਦੀ ਵੈਲਿਊ ਆਪਣੇ ਕੋਲੇ ਪੋਜ਼ਿਟਿਵ, E2 ਕਲੌਕਵਾਈਜ਼ ਸੈਂਡ ਕਰ ਰਿਹਾ ਸੀਗਾ ਤਾਂ ਨੈਗੇਟਿਵ। ਤੇ ਇਸੇ ਕਰਕੇ ਟੋਟਲ ਵੈਲਿਊ ਕਿੰਨੀ ਆ ਜਾਊਗੀ EMF ਦੀ E1 ਮਾਈਨਸ E2। ਤਾਂ ਹੁਣ ABCA ਪਾਥ ਦੇ ਲਈ ਆਪਾਂ ਦੇਖਣਾ ਕਿ ਕਰੰਟ ਦੀਆਂ ਵੈਲਿਊਜ਼ ਕਿਵੇਂ ਆ ਰਹੀਆਂ ਨੇ। ਤਾਂ ਹੁਣ ਇਹਨਾਂ ਦੇ ਵਿੱਚ I1 ਤੇ I2 ਹੁਣ ਇਹ ਆਪਣੇ ਕੋਲ ਇੱਕ ਸੇਮ ਆਰਡਰ ਦੇ ਵਿੱਚ ਪਾਸ ਹੋ ਰਹੇ ਆ ਐਂਟੀ ਕਲੌਕਵਾਈਜ਼, ਬਟ I3 ਕਿਵੇਂ ਇਹਦੇ ਤੋਂ ਆਪੋਜ਼ਿਟ ਆਰਡਰ ਦੇ ਵਿੱਚ ਜਾ ਰਿਹਾ ਹੈ, ਕਲੌਕਵਾਈਜ਼ ਦੇ ਵਿੱਚ ਆ। ਤਾਂ ਇੱਥੇ ਆਪਣੇ ਕੋਲ ਵੈਲਿਊ ਕਿੰਨੀ ਆਊਗੀ ਹੁਣ ਰੂਲ ਦੇ ਅਕੋਰਡਿੰਗ, ਪ੍ਰੋਡਕਟ ਆਫ ਦੀ ਰੈਜ਼ਿਸਟੈਂਸ ਐਂਡ ਕਰੰਟ। ਰੈਜ਼ਿਸਟੈਂਸ ਕਿੰਨੀ ਆ ਆਪਣੇ ਕੋਲ R1, ਕਰੰਟ ਕਿੰਨਾ ਪਾਸ ਹੋਇਆ I1। ਇੱਥੇ ਵੈਲਿਊ ਕਿੰਨੀ ਹੋ ਜਾਊਗੀ I2 R2, ਇੱਧਰ ਹੋ ਜਾਊਗੀ I3 R3। ਤਾਂ ਹੁਣ ਰੂਲ ਨੂੰ ਲਗਾਓ, I1 R1 ਪਲੱਸ I2 R2, ਕਲੌਕਵਾਈਜ਼ ਕਿਹੜਾ ਕਰੰਟ ਪਾਸ ਕਰਦਾ ਸੀਗਾ I3, ਤਾਂ ਇਹਦੀ ਵੈਲਿਊ ਆਊਗੀ ਨੈਗੇਟਿਵ ਦੇ ਵਿੱਚ ਤਾਂ ਮਾਈਨਸ I3 R3। ਫਿਰ ਨੈਕਸਟ ਆਪਣੇ ਕੋਲ ਸੈਕਿੰਡ ਲਾਅ ਦੇ ਅਕੋਰਡਿੰਗ ਹੁਣ ਆਪਾਂ ਵੈਲਿਊਜ਼ ਦੇਖ ਰਹੇ ਹਾਂ। ਤਾਂ ਆ ਸਾਰਾ ਕਿਹਦੇ ਇਕੁਅਲ ਹੋ ਜਾਊਗਾ ਨੈਟ EMF ਜਿਹੜਾ ਟੋਟਲ ਵੈਲਿਊ ਸੀ। ਤਾਂ E1 ਮਾਈਨਸ E2 ਕਿਹਦੇ ਇਕੁਅਲ ਆ ਗਿਆ I1 R1 ਪਲੱਸ I2 R2 ਮਾਈਨਸ I3 R3। ਇਸੇ ਤਰ੍ਹਾਂ ਆਪਾਂ ਜਿਹੜਾ ਨੈਕਸਟ ਪਾਥ ਆ ACDA ਉਹਦੇ ਲਈ ਵੈਲਿਊ ਫਾਈਂਡ ਕਰ ਸਕਦੇ ਹਾਂ। ਤਾਂ ਉਹ ਵੈਲਿਊ ਕਿੰਨੀ ਆ ਜਾਊਗੀ E2 ਦੇ ਲਈ I3 R3 ਪਲੱਸ I4 R4 ਪਲੱਸ I5 R5। ਇਹ ਦੋਨੋਂ ਰੂਲ ਵੀ ਆਪਣੇ ਇੰਪੋਰਟੈਂਟ ਆ, ਇਹ ਚੰਗੀ ਤਰ੍ਹਾਂ ਆਪਾਂ ਕਰਨੇ ਆ। ਉਸ ਤੋਂ ਬਾਅਦ ਨੈਕਸਟ ਆਪਣਾ ਟੌਪਿਕ ਹੈਗਾ ਏ ਵੀਟਸਟੋਨ ਬ੍ਰਿਜ। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਹੈ ਕਿ ਇਹ ਬਹੁਤ ਜ਼ਿਆਦਾ ਐਕੂਰੇਟ ਮੈਥਡ ਆ ਕਿ ਜੇ ਆਪਾਂ ਕਿਸੇ ਵੀ ਅਨਨੋਨ ਰੈਜ਼ਿਸਟੈਂਸ ਦੀ ਵੈਲਿਊ ਨੂੰ ਫਾਈਂਡ ਕਰਨਾ ਚਾਹੁੰਦੇ ਆ। ਤਾਂ ਹੁਣ ਇਹਨਾਂ ਦੇ ਵਿੱਚ ਆਪਣੇ ਕੋਲ ਕੀ ਨੇ, 4 ਰੈਜ਼ਿਸਟੈਂਸ ਲੱਗੇ ਹੋਏ ਨੇ P Q R। ਤਾਂ ਉਹਨਾਂ ਨੂੰ ਆਪਾਂ ਇੱਕ ਕੁਆਡਰੀਲੇਟਰਲ ਦੀ ਸ਼ੇਪ ਦੇ ਵਿੱਚ ਜੁਆਇਨ ਕੀਤਾ ਹੋਇਆ, ਇੱਕ ਗਲਵੈਨੋਮੀਟਰ G ਲਗਾਇਆ, ਇੱਕ ਟੈਪਿੰਗ ਕੀ K1 ਲਗਾਈ ਹੋਈ ਆ। ਹੁਣ ਆਪਣੇ ਕੋਲ ਕੀ ਨੇ ਕਿ ਜਿਹੜੇ ਵੀ ਆਪਾਂ ਗਲਵੈਨੋਮੀਟਰ ਤੇ ਕੀ ਕਨੈਕਟ ਕੀਤੇ ਹੋਏ ਆ, ਇਹ ਕਿੱਥੇ ਕਨੈਕਟ ਕਰ ਰਹੇ ਆ B ਤੇ D ਪੁਆਇੰਟ ਦੇ ਵਿਚਕਾਰ। ਤੇ ਜਿਹੜੀ ਬੈਟਰੀ ਆਪਾਂ EMF ਦੀ ਲਗਾਈ ਹੋਈ ਆ ਤੇ 1 ਵੇ ਕੀ K2 ਲਗਾਈ ਹੋਈ ਆ, ਉਹ ਆਪਾਂ A ਤੇ C ਦੇ ਐਂਡਸ ਦੇ ਵਿਚਕਾਰ ਕਨੈਕਟ ਕੀਤੇ ਹੋਏ ਨੇ। ਤਾਂ ਹੁਣ ਇਹਨਾਂ ਦੇ ਵਿੱਚ ਜਿਹੜੀਆਂ ਆਪਣੇ ਕੋਲ ਰੈਜ਼ਿਸਟੈਂਸ ਦੀਆਂ ਵੈਲਿਊਜ਼ ਨੇ P ਤੇ Q, ਇਹ ਵਾਲੀਆਂ ਆਪਣੇ ਕੋਲ ਹੁੰਦੀਆਂ ਨੇ ਰੇਸ਼ੋ ਆਰਮਸ, ਕਿਉਂਕਿ ਇਹਨਾਂ ਦੀਆਂ ਵੈਲਿਊਜ਼ ਆਪਾਂ ਨੂੰ ਨੋਨ ਨੇ, ਪਤਾ ਨੇ। R ਆਪਣੇ ਕੋਲ ਕੀ ਹੈ ਵੇਰੀਏਬਲ ਰੈਜ਼ਿਸਟੈਂਸ, ਕਿਉਂਕਿ ਆਪਾਂ ਇਹਦੀ ਵੈਲਿਊ ਨੂੰ ਚੇਂਜ ਕਰ ਸਕਦੇ ਹਾਂ ਕਿ ਆਪਾਂ ਇਸ ਸਰਕਟ ਦੇ ਅੰਦਰ ਕਿੰਨੀ ਰੈਜ਼ਿਸਟੈਂਸ ਨੂੰ ਅਪਲਾਈ ਕਰਵਾ ਰਹੇ ਹਾਂ। X ਆਪਣੇ ਕੋਲ ਕੀ ਆ ਅਨਨੋਨ ਰੈਜ਼ਿਸਟੈਂਸ, ਜਿਹਦੀ ਵੈਲਿਊ ਨੂੰ ਆਪਾਂ ਫਾਈਂਡ ਕਰਨਾ। ਤੇ ਜਿਹੜੀ ਆਪਣੇ ਕੋਲ R ਰੈਜ਼ਿਸਟੈਂਸ ਦੀ ਵੈਲਿਊ ਆ, ਇਹਨੂੰ ਆਪਾਂ ਇਸ ਤਰ੍ਹਾਂ ਐਡਜਸਟ ਕਰਦੇ ਹਾਂ ਕਿ ਜੇ ਆਪਾਂ ਕੀ K1 ਨੂੰ ਪ੍ਰੈਸ ਕਰੀਏ ਤਾਂ ਗਲਵੈਨੋਮੀਟਰ ਦੇ ਵਿੱਚ ਕੋਈ ਵੀ ਡਿਫਲੈਕਸ਼ਨ ਨਾ ਆਵੇ, ਕਿ ਉਹਦੀ ਨੀਡਲ ਆਪਣੀ ਜਗ੍ਹਾ ਤੋਂ ਨਾ ਹਿੱਲੇ। ਤਾਂ ਹੁਣ ਇਹਨੇ ਫਿਰ ਕੀ ਇੰਪਲਾਈ ਕਰਨਾ ਕਿ B ਤੇ D ਸੇਮ ਪੋਟੈਂਸ਼ੀਅਲ ਦੇ ਉੱਪਰ ਆ। ਤਾਂ ਜਦੋਂ ਇਹ ਸੇਮ ਪੋਟੈਂਸ਼ੀਅਲ ਦੇ ਉੱਪਰ ਹੋ ਜਾਣਗੇ ਤਾਂ ਜਿਹੜਾ ਵੀਟਸਟੋਨ ਹੋਊਗਾ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਬੈਲੈਂਸਡ ਸਟੇਟ ਦੇ ਵਿੱਚ ਆ। ਤੇ ਬੈਲੈਂਸਡ ਬ੍ਰਿਜ ਦੇ ਲਈ ਆਪਾਂ ਕੀ ਪ੍ਰੂਵ ਕਰਾਂਗੇ, P/Q is equal to R/X। P/Q is equal to R/X। ਤਾਂ ਹੁਣ ਇਹਨਾਂ ਦੇ ਵਿੱਚ ਦੇਖੋ ਕਿ I ਆਪਣੇ ਕੋਲ ਕੀ ਸੀਗਾ ਕਿ ਬੈਟਰੀ ਦਾ ਕਰੰਟ ਜਿਹੜਾ ਆਪਾਂ ਸਰਕਟ ਦੇ ਅੰਦਰ ਪਾਸ ਕਰਵਾ ਰਹੇ ਹਾਂ। ਹੁਣ ਇੱਥੇ ਜਾ ਕੇ ਪਾਰਟੀਸ਼ਨ ਹੋ ਰਹੀ ਆ ਤਾਂ I ਦੇ ਵਿੱਚੋਂ ਜਿਹੜਾ ਇੱਥੇ ਸਰਕਟ 'ਚ ਕਰੰਟ ਪਾਸ ਹੋ ਰਿਹਾ ਸੀ ਤਾਂ I ਨੇ ਕੀ ਕਰਨਾ, 2 ਪਾਰਟਸ ਦੇ ਵਿੱਚ ਡਿਵਾਈਡ ਹੋ ਜਾਣਾ। ਤਾਂ ਫਸਟ ਰੈਜ਼ਿਸਟੈਂਸ ਸੀਗਾ ਜਿਹੜਾ ਆਪਣੇ ਕੋਲ P, ਉਹਦੇ ਵਿੱਚੋਂ ਕਿੰਨਾ ਕਰੰਟ ਪਾਸ ਹੋ ਗਿਆ I1, ਤੇ ਟੋਟਲ I ਸੀ I1 ਆਪਣੇ ਕੋਲ ਕੀ ਆ P ਦੇ ਵਿੱਚੋਂ ਪਾਸ ਹੋ ਗਿਆ, ਤੇ ਜਿੰਨਾ ਬਾਕੀ ਬਚੂਗਾ ਉਹ R ਦੇ ਵਿੱਚੋਂ ਪਾਸ ਹੋ ਜੂ। ਤਾਂ ਉਹ ਆਪਣੇ ਕੋਲ ਵੈਲਿਊ ਕਿੰਨੀ ਆ ਜਾਊਗੀ I2। ਹੁਣ ਇਸੇ ਤਰ੍ਹਾਂ ਨੈਕਸਟ ਆਪਣੇ ਕੋਲ ਕੀ ਆ B ਤੇ D। ਇਹ ਆਪਾਂ ਕਹਿ ਕੇ ਚੱਲੇ ਆ ਕਿ ਸੇਮ ਪੋਟੈਂਸ਼ੀਅਲ ਦੇ ਉੱਪਰ ਆ, ਕੋਈ ਵੀ ਕਰੰਟ ਇਹਦੇ ਵਿੱਚੋਂ ਪਾਸ ਨਹੀਂ ਹੋ ਰਿਹਾ। ਤਾਂ ਜਿੰਨਾ P ਦੇ ਵਿੱਚੋਂ ਕਰੰਟ ਪਾਸ ਹੋਇਆ ਸੀ ਉਨਾ ਹੀ Q ਦੇ ਵਿੱਚੋਂ ਪਾਸ ਹੋ ਜੂ। ਇਸੇ ਤਰ੍ਹਾਂ R ਦੇ ਵਿੱਚੋਂ I2 ਕਰੰਟ ਪਾਸ ਹੋ ਰਿਹਾ ਸੀ, ਉਨਾ ਹੀ ਕਰੰਟ X ਦੇ ਵਿੱਚੋਂ ਪਾਸ ਹੋ ਜਾਊਗਾ, ਜਿਹੜੀ ਅਨਨੋਨ ਰੈਜ਼ਿਸਟੈਂਸ ਦਿੱਤੀ ਹੋਈ ਸੀ ਆਪਾਂ ਨੂੰ। ਤਾਂ ਆਪਾਂ ਸਾਰਾ ਥਿਊਰੀ ਦੇ ਵਿੱਚ ਇਦਾਂ ਹੀ ਲਿਖਾਂਗੇ, ਕਿਉਂਕਿ ਬੈਲੈਂਸ ਸਟੇਟ ਦੇ ਵਿੱਚ ਸੀਗਾ ਤਾਂ B ਤੇ D ਸੇਮ ਪੋਟੈਂਸ਼ੀਅਲ ਦੇ ਉੱਪਰ ਸੀ ਤੇ ਕੋਈ ਵੀ ਕਰੰਟ ਉਹਦੇ ਵਿੱਚੋਂ ਪਾਸ ਨਹੀਂ ਹੋਇਆ। ਹੁਣ ਇਸ ਦਾ ਆਪਾਂ ਰੂਲ ਲਗਾਵਾਂਗੇ। ਤਾਂ ਹੁਣ ਇਹਨਾਂ ਦੇ ਲਈ ਆਪਣੇ ਕੋਲੇ ਪੋਟੈਂਸ਼ੀਅਲ ਦੀਆਂ ਵੈਲਿਊਜ਼ ਕਿੰਨੀਆਂ ਹੋ ਜਾਣਗੀਆਂ, A ਐਂਡ ਦੇ ਕ੍ਰਾਸ BA, B ਦੇ ਕ੍ਰਾਸ BB, BC ਤੇ BD, ਚਾਰੋਂ ਐਂਡ ਦੇ ਕ੍ਰਾਸ। ਤਾਂ ਹੁਣ ਪਹਿਲਾਂ ਆਪਾਂ ਪੋਟੈਂਸ਼ੀਅਲ ਡਿਫਰੈਂਸ ਦੀ ਵੈਲਿਊ ਦੇਖਣੀ ਆ, ਜਿਹੜਾ ਆਪਾਂ ਨੂੰ P ਰੈਜ਼ਿਸਟੈਂਸ ਦਿੱਤਾ ਹੋਇਆ ਸੀ। ਤਾਂ ਇਹਦੇ ਲਈ ਵੈਲਿਊ ਕਿੰਨੀ ਹੋ ਜੂਗੀ, BA - BB is equal to I1 into P।
क्योंकि अपने को रिलेशन की होंगे V इज इक्वल टू IR ओम्स लॉ के अकॉर्डिंग। फिर Q के अक्रॉस पोटेंशियल डिफरेंस की वैल्यू कितनी हो जूगी VB माइनस VC इज इक्वल टू I1Q। तो इतने अपने को रजिस्टेंस की वैल्यू कितनी है Q, तो I1Q। इस तरह अपने को R के अक्रॉस VA माइनस VD कि इक्वल हो गया I2R। X के अक्रॉस वैल्यू हो जूगी VD माइनस VC इज इक्वल टू I2X। बट अपने को की आ कि आप कह के चले हैं कि ब्रिज आ जोड़ा अपने को बैलेंस स्टेट के कोई भी करंट पास नहीं हो रहा, तो जोड़ियाँ अपने को पोटेंशियल दी वैल्यूज़ ने B तो D के अक्रॉस वो एक दूजे के इक्वल होणगियां। मतलब VB कि इक्वल हो जाऊगा VD के, तो VB इज इक्वल टू VD आप पुट करांगे दोनों इक्वेशन के विच। तो VA माइनस VB दोनों VD के इक्वेशन आ रही ने, VD की जगह तो VB लिख देना आप। तो हम देखो अपने को VA माइनस VB VA माइनस VB लैफ्ट हैंड साइड इक्वल आ, तो राइट हैंड साइड इक्वल हो जाओ कंपेयर करे तो I1P कि इक्वल आ गया I2R। इस तरह नैक्सट अपने को VB माइनस VC कंपेयर कर रहे हैं आप, तो I1Q कि इक्वल हो जाएगा I2X। तो दोनों डिवाइड कर दो तो P/Q कि इक्वल हो गया R/X। तो आप इन्होंने नैक्सट मैरिज पढ़निया ने, ये अपने को एक नल मैथड आ कि इन्हों आप रजिस्टेंस को मैजर करने के लिए यूज़ कर सकते हैं। तो बैटरी जी आप यूज़ की हुई है वो इंटरनल रजिस्टेंस नाल कोई भी इफैक्ट के उपर नहीं पऊगा। फिर नैक्सट अपने को है प्रिंसीपल व्हीटस्टोन ब्रिज का। तो हम ये भी अपने को देखो सेम मैथड लगा रहे हैं कि 4 रजिस्टेंस दिते हुए हैं PQRX। फस्ट के अक्रॉस कितना करंट कि जोड़े बैटरी आप EMF E की लगाई हुई सी सर्किट के अंदर, उतों कितना करंट पास हो रहा सीगा I। तो इत्थे जाके फिर पार्टीशन हो रही है, तो अद्धा करंट P के विचों पास हो जाएगा तो हाफ अमाउंट R के विचों। तो आप कितना सपोज किया कि I1P के विचों पास हो रहा तो I2 R के विचों पास हो रहा। हुण अपने को किया B तो D सेम पोटेंशियल के उपर ना होने के कारण जिन्ना करंट I1 इत्थे आ रहा सी, इत्थे जाके फिर पार्टीशन हो रही है 2 पार्ट्स के विच। तो I1 के विचों अद्धा करंट किधर पास हो जाएगा D एंड वाल, तो जिहड़ा बाकी बचूगा वो C के वाल पास हो जाए। I1 आ रहा सी, I3 D एंड वाल गलवैनोमीटर के विचों पास कर गया, तो दोनों को माइनस करके जिन्ना करंट बचूगा वो Q के विचों पास कर जू। इस तरह I2 करंट R के विचों पास कर रहा, तो इत्थे I3 करंट उपरों D एंड ते आ रहा सी, इधरों I2 आ रहा सी, तो दोनों आपस के विच प्लस होके X के विचों पास करनगे। तो सारा जिहड़ा कंसैप्ट पिछे लगाया आप यही ये लैके चलांगे। पिछे आप कह के चाहता सीगा कि B तो D सेम पोटेंशियल के उपर आ, बट इत्थे की है सेम पोटेंशियल के उपर नहीं है। तो हम इस करके आप ये कंसीडर करना कि जे करंट क्लॉकवाइज डायरैक्शन के पास हो रहा तो वही वैल्यू कितनी आऊगी पॉजिटिव। तो हम किरचॉफ सैकेंड लॉ लगाने आप क्लोज्ड पाथ ABDA के लिए। तो आप कहा कि जे करंट क्लॉकवाइज होगा तो वैल्यू कितनी आनी है पॉजिटिव। तो क्लॉकवाइज कि जा रहा अपने को फिर I1P प्लस I3G, बट I2 करंट की एंटी क्लॉकवाइज था माइनस I2R। इस तरह नैक्सट क्लोज पाथ BCDB के लिए I1 माइनस I3 क्लॉकवाइज चल जाऊगा इंटू Q। फिर नैक्सट वैल्यू अपने को कितनी हो जाएगी, इतने एंटी क्लॉकवाइज आ माइनस I2 प्लस I3 इंटू X। ये भी अपने को एंटी क्लॉकवाइज आ माइनस I3G। हम आप रजिस्टेंस R की वैल्यू ने इदा एडजस्ट करना कि B तो D सेम पोटेंशियल के आ जाए, ताकि जो I3 करंट आ गलवैनोमीटर के विच जो पास हो रहा वो वैल्यू 0 आ जाए। हम आप ये कंडीशन लगानी है, तो जो कंडीशन लगा देवांगे तो कोई भी डिफ्लैक्शन नहीं होगी गलवैनोमीटर के विचों। तो I3 की वैल्यू 0 पुट कर दो। I3 में 0 पुट कर दें तो फस्ट इक्वेशन की बनूगी I1P माइनस I2R इज इक्वल टू 0। हम ये I3 में 0 पुट करो, I1 इंटू Q माइनस I2X, हाँ सारी वैल्यू 0। हम देखो ये इक्वेशन की बन गई I1P इज इक्वल टू I2R, I1Q इज इक्वल टू I2X। हम इन्हें डिवाइड कर दो, I1 ना I1 कैंसल, I2 ना I2 कैंसल। अब P/Q कि इक्वल आ जाएगा R/X। तो ये अपन कि कंडीशन प्रूव करती है आप बैलेंस्ड व्हीटस्टोन ब्रिज के लिए। थैंक यू।